ਹਾਲੇਲੂਇਆ। तो जय मसीह दी सारिਆਂ ਨੂੰ परमेश्वर ਦਾ ਧੰਨਵਾਦ ਕਰਦੇ ਹਾਂ। ਅੱਜ ਦੀ ਸ਼ਾਮ ਇੱਕ ਦਾ ਫਿਰ परमेश्वर ਨੇ ਮੌਕਾ ਦਿੱਤਾ ਕਿ ਮੈਂ ਆਪ ਦੇ ਰੂਬਰੂ ਹੋ ਕੇ परमेश्वर ਦੇ ਪਾਕ ਵਚਨ ਦੇ ਵਿੱਚ ਆਪ ਦੇ ਨਾਲ ਗੱਲ ਕਰ ਸਕਾਂ। ਆਓ ਸਾਰੇ ਅਸੀਂ ਆਪਣੀ ਅੱਖਾਂ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਝੁਕਾਵਾਂਗੇ। ਹਾਲੇਲੂਇਆ, 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 ਹਾਲੇਲੂਇਆ। ओ मेरे स्वर्गीय पिता, तेरा धन्यवाद हो, तेरा शुक्र हो मेरे स्वामी, मेरे मालिक पिता परमेश्वर। तेरिया रहमतां लई, तेरिया बरकतां लई, तेरिया वफादारियां भलाइयां दे लई तेरा धन्नवाद करदे हां। अपनी अखां नूं बंद रखो सारे और प्रार्थना दे विच रहिए। तेरी आराधना करूं, तेरी आराधना करूं, पाप क्षमा कर जीवन दे दे, दया की याचना करूं, तेरी आराधना करूं, तेरी आराधना करूं, पाप क्षमा कर जीवन दे दे, दया की याचना करूं, तेरी आराधना करूं। तो परमेश्वर की हजूरी दे विच आप सारिਆਂ ਦਾ स्वागत है। तो परमेश्वर ने सानू बनाया अपनी महिमा करने के वास्ते। जबूर नंबर 103 उसकी पहली आयत विच लिखा है, हे मेरी जान तू यहोवा नूं मुबारक आख और जो कुछ तेरे अंदर है उसके पवित्र नाम नूं। फिर लिखा, हे मेरी जान तू यहोवा नूं मुबारक आख तो उसके उपकार ना विसार। प्रभु यसु मसीह ने साड़ियां जिंदगियां दे उत्ते जो उपकार कीते उन्हां नूं याद रखना, उसदे नाम की महिमा करते रहना, उसदे नाम की वडियाई करते रहना, ये साडा काम है। एक सच्चे मसीह का, एक सच्चे धर्मी का यह काम है। अज मैं खुदा के वचन दे विचों आप दे कोल लैके आया हाँ। इन्हां दिनां दे विच मैं जानदा आत्मा दे विच भी और वैसे भी मैं कई ना फोन ते गल करदा रहना मसीह भैन भरावां नाल। काफ़ी लोग प्रार्थना दे विच ठंडे पे हुए ने, इत्थों तक कि कई बड़े समझते कि असीं बड़े सॉलिड टीचिंग दे विच चल रहे हैं, बड़े सॉलिड चर्चां दे विच जा रहे हैं, साडा पास्टर बड़ा स्ट्रॉन्ग है। तो उन्हां विश्वासियों दे नाल गल करन तो बाद मैनूं पता लगा कि वो प्रेयर दे विच प्रभु दे नाल उन्हां दा रिश्ता बहुत ठंडा पिया होया है। याद रखो, इस समय संसार दे उत्ते जो चल रहा है उन्होंने देखते हुए तुहानूं किसी भी तरह नाल प्रार्थना दे विच प्रभु दे नाल रिश्ते विच कमज़ोर नहीं पैना चाहिए। जबूर नंबर 123 उसकी पहली आयत विच लिखा है, हे स्वर्ग दे वासी मैं अपनियां अखां तेरी वल चुकदा, जिवें दासां दियां अखां अपने मालकां दे हत्थ वल ਅਤੇ ਗੋਲੀ ਦੀਆਂ ਅੱਖਾਂ ਆਪਣੀ ਬੀਬੀ ਦੇ ਹੱਥ ਵੱਲ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ਰ ਯਹੋਵਾ ਵੱਲ ਹਨ। ਜਾਤੀ ਕੋ ਸਾਡੇ ਉੱਤੇ ਤਰਸ ਨਾ ਖਾਵੇ, ਸਾਡੇ ਉੱਤੇ ਤਰਸ ਖਾ, ਹੇ ਯਹੋਵਾ ਸਾਡੇ ਉੱਤੇ ਤਰਸ ਖਾ। ਅਸੀਂ ਤਾਂ ਨਰਾਦਰੀ ਤੋਂ ਬਹੁਤ ਹੀ ਰੱਜ ਗਏ ਹਾਂ, ਸਾਡੀ ਜਾਨ ਸੁਖੀਆਂ ਦੇ ਠੱਠਿਆਂ ਤੋਂ ਅਤੇ ਹੰਕਾਰੀਆਂ ਦੀ ਨਰਾਦਰੀ ਤੋਂ ਬਹੁਤ ਰੱਜ ਗਈ ਹੈ। जबूर नंबर 123 यहोवा दे वाल तकना लिखा है। इनू कहते हैं यात्रा का गीत। यात्रा के गीत का मतलब ये नहीं होंदा कि तुसी किसी यात्रा ते जा रहे हो। यात्रा का मतलब होंदा एक निशाना होंदा तुहाडी जिंदगी का।
ਮੈਨੂੰ ਚੰਗਿਆਈ ਚਾਹੀਦੀ ਆ, ਮੈਨੂੰ ਫਲਾਣੀ ਬਰਕਤ ਚਾਹੀਦੀ ਆ, ਮੈਨੂੰ ਇੱਕ ਅੱਛਾ ਘਰ ਚਾਹੀਦਾ ਹੈ। ਇਹ ਇੱਕ ਦੁਨਿਆਵੀ ਗੱਲਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ, ਔਰ ਇਹ ਖੁਦਾ ਦੇ ਕੋਲ ਮੰਗਣਾ ਕੋਈ ਗੁਨਾਹ ਨਹੀਂ ਆ। ਔਰ ਕਈ ਵਾਰੀ ਆਪਾਂ ਇਹਨਾਂ ਗੱਲਾਂ ਦੇ ਪਿੱਛੇ ਜਦੋਂ ਚੱਲ ਰਹੇ ਹਾਂ ਤਾਂ ਮਤਲਬ ਅਸੀਂ ਇੱਕ ਯਾਤਰਾ ਦੇ ਵਿੱਚ, ਔਰ ਇੱਕ ਨਿਸ਼ਾਨਾ ਲੈ ਕੇ ਅਸੀਂ ਪ੍ਰਭੂ ਦੇ ਪਿੱਛੇ ਚੱਲ ਰਹੇ ਹਾਂ। ਇੱਕ ਸੱਚੇ ਮਸੀਹ ਦਾ ਸਭ ਤੋਂ ਜਿਹੜਾ ਮੇਨ ਨਿਸ਼ਾਨਾ ਹੈ ਉਹ ਸਵਰਗ ਰਾਜ ਹੈ। ਔਰ ਤੁਸੀਂ ਇੱਕ ਯਾਤਰਾ ਦੇ ਵਿੱਚ ਜੇ, ਅਗਰ ਤੁਸੀਂ ਯਾਤਰਾ ਦੇ ਵਿੱਚ ਨਹੀਂ ਜੇ ਤਾਂ ਤੁਸੀਂ ਯਾਦ ਰੱਖੋਗੇ ਤੁਸੀਂ ਫਿਰ ਇੱਕ ਸੱਚੇ ਮਸੀਹ ਨਹੀਂ ਜੇ, ਇੱਕ ਮੁਸਾਫਿਰ ਆਪਾਂ। ਲਿਖਿਆ ਹੈ ਸਵਰਗ ਦੇ ਵਾਸੀ। ਸਵਰਗ ਦੇ ਵਿੱਚ ਕੌਣ ਰਹਿੰਦਾ ਹੈ? ਸਵਰਗ ਦੇ ਵਿੱਚ ਸਾਡਾ ਪਰਮੇਸ਼ਰ ਰਹਿੰਦਾ ਹੈ, ਸਾਡਾ ਪ੍ਰਭੂ ਯਿਸੂ ਮਸੀਹ, ਜਿਹਨੇ ਮੌਤ ਔਰ ਸ਼ੈਤਾਨ ਦੇ ਉੱਤੇ ਫਤਹ ਪਾਈ, ਔਰ ਫਤਹ ਪਾ ਕੇ ਉਹ ਬਾਪ ਦੇ ਸੱਜੇ ਹੱਥ ਜਾ ਬੈਠਾ। ਕਹਿੰਦਾ ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ, ਵੇਖ ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕ ਦੇ ਹੱਥ ਵੱਲ ਅਤੇ ਗੋਲੀ ਦੀਆਂ ਅੱਖਾਂ ਆਪਣੀ ਬੀਬੀ ਦੇ ਹੱਥ ਵੱਲ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ਰ ਯਹੋਵਾ ਵੱਲ ਹਨ, ਜਾਤੀ ਕੋ ਸਾਡੇ ਤੇ ਤਰਸ ਨਾ ਖਾਏ। ਤੁਹਾਡਾ ਕੰਮ ਹੈ ਤਦ ਤੱਕ ਪ੍ਰਾਰਥਨਾ ਕਰਦੇ ਰਹਿਣਾ ਜਦ ਤੱਕ ਜਿਸ ਪ੍ਰੋਬਲਮ ਦੇ ਵਿੱਚ ਤੁਸੀਂ ਫਸੇ ਜੋ ਉਸ ਪ੍ਰੋਬਲਮ ਚੋਂ ਬਾਹਰ ਨਹੀਂ ਨਿਕਲਦੇ। ਉਸ ਤੋਂ ਬਾਅਦ ਵੀ ਤੁਹਾਡੀ ਪ੍ਰੇਅਰ ਹੈ ਥੈਂਕਸ ਗਿਵਿੰਗ ਵਾਲੀ, ਸ਼ੁਕਰਗੁਜ਼ਾਰੀ ਵਾਲੀ। ਔਰ ਜਦ ਤੱਕ ਤੁਹਾਡੇ ਸਾਹ ਚੱਲਦੇ ਨੇ ਤਦ ਤੱਕ ਤੁਹਾਡੀ ਪ੍ਰੇਅਰ ਲਾਈਫ ਜਿਹੜੀ ਆ ਉਹ ਚੱਲਦੀ ਰਹਿਣੀ ਚਾਹੀਦੀ ਹੈ। ਕਈ ਵਾਰੀ ਕਈ ਲੋਕ ਇਸ ਕਰਕੇ ਦੁਆ ਕਰਨ ਤੋਂ ਹਟ ਜਾਂਦੇ ਆ, ਪ੍ਰਾਰਥਨਾ ਕਰਨ ਤੋਂ ਹਟ ਜਾਂਦੇ ਆ ਕਿ ਸਾਡਾ ਮਸਲਾ ਨਹੀਂ ਹੱਲ ਹੋ ਰਿਹਾ। ਬਾਈਬਲ ਦੇ ਵਿੱਚ ਲਾਜ਼ਰ ਦੀ ਕਹਾਣੀ ਪ੍ਰਭੂ ਯਿਸੂ ਮਸੀਹ ਨੇ ਦੱਸੀ, ਜਿਹਦਾ ਸਾਰਾ ਬਦਨ ਜਿਹੜਾ ਸੀ ਉਹ ਫੋੜਿਆਂ ਨਾਲ ਭਰਿਆ ਹੋਇਆ ਸੀ, ਔਰ ਬਾਈਬਲ ਦੇ ਵਿੱਚ ਲਿਖਿਆ ਕੁੱਤੇ ਆ ਕੇ ਉਹਦੇ ਫੋੜਿਆਂ ਨੂੰ ਚੱਟਦੇ ਸੀ, ਔਰ ਉਹ ਉਹਨਾਂ ਫੋੜਿਆਂ ਦੇ ਵਿੱਚ ਹੀ ਮਰ ਗਿਆ। ਪਰ ਮਰਨ ਤੋਂ ਬਾਅਦ ਕੀ ਹੋਇਆ? ਸਵਰਗਦੂਤਾਂ ਨੇ ਉਹਦੀ ਆਤਮਾ ਨੂੰ ਚੁੱਕ ਕੇ ਲੈ ਜਾ ਕੇ ਅਬਰਾਹਮ ਦੀ ਗੋਦ ਦੇ ਵਿੱਚ ਰੱਖਿਆ। ਮੇਰੇ ਭੈਣੋ ਤੇ ਭਰਾਓ, ਉੱਥੇ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਕਿ ਇੱਕ ਅਮੀਰ ਆਦਮੀ ਸੀ ਜਿਹੜਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਰਹਿੰਦਾ ਸੀ, ਔਰ ਉਹਦੇ ਕੋਲ ਹਰ ਫੈਸਿਲਿਟੀ ਸੀ, ਪਰ ਜਦੋਂ ਉਹ ਮਰਿਆ ਉਹ ਪਤਾਲ ਦੇ ਵਿੱਚ ਗਿਆ, ਦੁਖੀ ਹੋਇਆ। ਮੇਰੇ ਭੈਣੋ ਤੇ ਭਰਾਓ, ਇੱਕ ਸੱਚਾ ਮਸੀਹ ਇਹ ਨਹੀਂ ਦੇਖਦਾ ਕਿ ਮੈਂ ਚੰਗਾ ਹੋਇਆ ਜਾਂ ਨਹੀਂ ਹੋਇਆ। ਇੱਕ ਸੱਚਾ ਮਸੀਹ ਇਹ ਨਹੀਂ ਦੇਖਦਾ ਕਿ ਮੈਂ ਆਪਣੀ ਬਿਮਾਰੀ ਤੋਂ ਆਜ਼ਾਦ ਹੋਇਆ ਕਿ ਨਹੀਂ ਹੋਇਆ। ਇੱਕ ਸੱਚਾ ਮਸੀਹ ਇਹ ਨਹੀਂ ਵੇਖੇਗਾ ਮੈਨੂੰ ਬਰਕਤ ਮਿਲੀ ਕਿ ਨਹੀਂ ਮਿਲੀ। ਉਹ ਇਹ ਦੇਖੇਗਾ ਕਿ ਮੈਂ ਆਪਣੇ ਆਤਮਿਕ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਪੈ ਸਕਦਾ। ਮੈਂ ਹਮੇਸ਼ਾ ਆਪਣੇ ਪ੍ਰਭੂ ਦੇ ਨਾਲ ਨਾਲ ਚੱਲਣਾ, ਚਾਹੇ ਕੰਡੀਸ਼ਨ ਕੈਸੀ ਵੀ ਆ। ਨੂੰਹ ਦੇ ਵੱਲ ਦੇਖੋ, ਸਾਰਾ ਸੰਸਾਰ ਪਾਪ ਕਰ ਰਿਹਾ ਸੀ, ਪਰ ਨੂੰਹ ਆਪਣੇ ਪਰਮੇਸ਼ਰ ਦੇ ਨਾਲ ਚੱਲ ਰਿਹਾ ਸੀ। ਅਬਰਾਹਮ ਨੂੰ ਖੁਦਾ ਨੇ ਪ੍ਰੋਮਿਸ ਕੀਤਾ ਸੀ ਕਿ ਮੈਂ ਤੈਨੂੰ ਹੱਦੋਂ ਬਾਲਾ ਵਧਾਵਾਂਗਾ, ਤੇਰੀ ਅੰਸ਼ ਇੰਨੀ ਹੋਏਗੀ ਆਕਾਸ਼ ਦੇ ਤਾਰਿਆਂ ਜਿੰਨੀ, ਸਮੁੰਦਰ ਦੀ ਰੇਤ ਜਿੰਨੀ। ਔਰ ਅਜੇ ਉਹਦੇ ਕੋਲ ਕੋਈ ਔਲਾਦ ਨਹੀਂ ਆ, ਪਰ ਫਿਰ ਵੀ ਉਹ ਪਰਮੇਸ਼ਰ ਦੇ ਨਾਲ ਨਾਲ ਚੱਲ ਰਿਹਾ। ਔਰ ਉਹ ਬਲੈਸਿੰਗ ਉਹਨੇ ਨਹੀਂ ਸੀ ਮੰਗੀ, ਉਹ ਬਲੈਸਿੰਗ ਦੇ ਬਾਰੇ ਪਰਮੇਸ਼ਰ ਨੇ ਹੀ ਖੁਦ ਉਹਨੂੰ ਦੱਸਿਆ ਸੀ। ਉਸ ਦੇ ਬਾਵਜੂਦ ਵੀ ਦੇਖੋ ਅਬਰਾਹਮ ਜਿਹੜਾ ਸੀ ਉਹ ਪਰਮੇਸ਼ਰ ਦੇ ਨਾਲ ਵਫਾਦਾਰ ਹੋ ਕੇ ਚੱਲਦਾ ਰਿਹਾ। ਮੇਰੇ ਭੈਣੋ ਤੇ ਭਰਾਓ, ਅਸੀਂ ਆਪਣੇ ਪਰਮੇਸ਼ਰ ਦੇ ਵੱਲ ਆਪਣੀਆਂ ਅੱਖਾਂ ਨੂੰ ਲਗਾ ਕੇ ਰੱਖਣਾ ਹੈ, ਆਪਣੇ ਹੱਥਾਂ ਨੂੰ ਖੋਲ੍ਹ ਕੇ ਪਰਮੇਸ਼ਰ ਦੇ ਵੱਲ ਰੱਖਣਾ ਹੈ, ਘੁਟਨਿਆਂ ਦੇ ਉੱਤੇ ਰਹਿਣਾ ਹੈ ਪ੍ਰਾਰਥਨਾ ਦੇ ਵਿੱਚ। ਯਾਦ ਰੱਖੋ, ਅਗਰ ਤੁਸੀਂ ਪਰਮੇਸ਼ਰ ਦੇ ਹੁਕਮਾਂ ਦੇ ਵਿੱਚ ਆਪਣੇ ਆਪ ਨੂੰ ਬਣੇ ਰੱਖਣਾ ਚਾਹੁੰਦੇ ਜੇ, ਔਰ ਚਾਹੁੰਦੇ ਜੇ ਕਿ ਪਾਪ ਤੁਹਾਡੇ ਜੀਵਨ ਦੇ ਵਿੱਚ ਦੁਬਾਰਾ ਐਂਟਰ ਨਾ ਕਰੇ, ਤਾਂ ਤੁਹਾਨੂੰ ਲੋੜ ਹੈ ਲਗਾਤਾਰ ਪ੍ਰਾਰਥਨਾ ਦੇ ਵਿੱਚ ਬਣੇ ਰਹਿਣ ਦੀ। ਤੁਹਾਨੂੰ ਲੋੜ ਹੈ ਲਗਾਤਾਰ ਪ੍ਰਭੂ ਦੇ ਵਿੱਚ ਬਣੇ ਰਹਿਣ ਦੀ। ਤੁਹਾਨੂੰ ਲੋੜ ਹੈ ਲਗਾਤਾਰ ਪ੍ਰਭੂ ਦੇ ਵਚਨਾਂ ਦੇ ਵਿੱਚ ਬਣੇ ਰਹਿਣ ਦੀ। ਇਸ ਤੁਹਾਡਾ ਵਚਨ ਪੜ੍ਹਨਾ, ਤੁਹਾਡਾ ਆਤਮਿਕ ਜੀਵਨ, ਇਹ ਸਭ ਕੁਝ ਪ੍ਰੇਅਰ ਤੇ ਡਿਪੈਂਡ ਆ। ਅਗਰ ਕੋਈ ਪ੍ਰੇਅਰ ਨਹੀਂ ਆ ਤਾਂ ਕੋਈ ਸਾਮਰਥ ਨਹੀਂ ਹੋਏਗੀ, ਕੋਈ ਮਸਾ ਨਹੀਂ ਹੋਏਗਾ, ਤੁਸੀਂ ਖੁਦਾ ਦੇ ਵਚਨਾਂ ਦੇ ਵਿੱਚ ਚੱਲ ਨਹੀਂ ਸਕੋਗੇ। ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖਿਆ, ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਤੇ ਸਨ, ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਦੇ ਸੀ ਜਲਦੀ ਸੁਬਾਹ ਉੱਠ ਕੇ, ਔਰ ਕਈ ਵਾਰੀ ਸਾਰੀ ਰਾਤ ਦੁਆ ਕਰਦੇ ਸੀ। ਉਹਨਾਂ ਡਿਸੀਜਨ ਲੈਣਾ ਸੀ ਇੱਕ, ਕਿ ਉਹਨਾਂ ਦੇ ਪਿੱਛੇ ਭੀੜਾਂ ਦੀਆਂ ਭੀੜਾਂ ਸੀ, ਔਰ ਪ੍ਰਭੂ ਨੇ 12 ਰਸੂਲ ਚੁਣਨੇ ਸੀ। ਉਸ ਤੋਂ ਪਹਿਲਾਂ ਪ੍ਰਭੂ ਨੇ ਸਾਰੀ ਰਾਤ ਜਾਗ ਕੇ ਪਿਤਾ ਦੇ ਨਾਲ ਪ੍ਰਾਰਥਨਾ ਕੀਤੀ। ਅਸੀਂ ਨੈਕਸਟ ਡੇ ਕੋਈ ਡਿਸੀਜਨ ਲੈਣਾ ਹੁੰਦਾ, ਔਰ ਰਾਤ ਨੂੰ ਅਸੀਂ ਬਹਿ ਕੇ ਬਲੂ ਫਿਲਮਾਂ ਦੇਖ ਰਹੇ ਹਾਂ, ਰਾਤ ਨੂੰ ਅਸੀਂ ਬਹਿ ਕੇ ਗੰਦੇ ਮੰਦੇ ਕੰਮ ਕਰ ਰਹੇ ਹਾਂ, ਰਾਤ ਨੂੰ ਅਸੀਂ
ਪਾਪ ਦੇ ਵਿੱਚ ਜੀਵਨ ਗੁਜ਼ਾਰ ਰਹੇ ਹੋ, ਸਵੇਰੇ ਜਾ ਕੇ ਡਿਸੀਜਨ ਲੈ ਰਹੇ ਹੋ, ਤਾਂ ਡਿਸੀਜਨ ਦੇ ਵਿੱਚ ਤੁਸੀਂ ਕਿੱਦਾਂ ਕਾਮਯਾਬ ਹੋਵੋਗੇ, ਕਿੱਦਾਂ ਤੁਸੀਂ ਸਹੀ ਡਿਸੀਜਨ ਲੈ ਸਕੋਗੇ। ਸਹੀ ਡਿਸੀਜਨ ਉਦੋਂ ਲਏ ਜਾਂਦੇ ਨੇ ਜਦੋਂ ਤੁਸੀਂ ਪ੍ਰਭੂ ਦੇ ਨਾਲ ਚੱਲਦੇ ਜੇ। ਜਦੋਂ ਤੁਹਾਡਾ ਜੀਵਨ ਪਾਪ ਦੇ ਨਾਲ ਚੱਲ ਰਿਹਾ ਹੈ, ਤੁਸੀਂ ਸਹੀ ਡਿਸੀਜਨ ਨਹੀਂ ਲੈ ਸਕੋਗੇ। ਔਰ ਤੁਹਾਡੀ ਲਾਈਫ ਤੁਹਾਡੇ ਡਿਸੀਜਨ ਦੇ ਨਾਲ ਬਣਦੀ ਹੈ। ਤੁਹਾਡੀ ਜ਼ਿੰਦਗੀ ਨਿਖਰਦੀ ਹੈ ਤੁਹਾਡੇ ਡਿਸੀਜਨ ਦੇ ਨਾਲ। ਗਲਤ ਡਿਸੀਜਨ ਲਓਗੇ ਤਾਂ ਇਨ ਫਿਊਚਰ ਜਾ ਕੇ ਤੁਹਾਨੂੰ ਪਛਤਾਉਣਾ ਪਏਗਾ। ਮੇਰੇ ਭੈਣੋ ਤੇ ਭਰਾਓ, ਪ੍ਰਭੂ ਯਿਸੂ ਮਸੀਹ ਅੱਜ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਇਸ ਸਮੇਂ ਸਾਨੂੰ ਲੋੜ ਹੈ ਅਸੀਂ ਆਪਣੀਆਂ ਕਮੀਆਂ ਨੂੰ, ਆਪਣੀਆਂ ਕਮਜ਼ੋਰੀਆਂ ਨੂੰ ਛੱਡਦੇ ਹੋਏ ਪ੍ਰਭੂ ਦੇ ਵਿੱਚ ਅੱਗੇ ਵਧੀਏ। ਪਰਮੇਸ਼ਰ ਦਾ ਬੰਦਾ ਕਹਿੰਦਾ ਹੈ ਕਿ ਜਿਵੇਂ ਦਾਸ ਆਪਣੇ ਮਾਲਕ ਦੇ ਵੱਲ, ਉਹਦੇ ਹੱਥਾਂ ਦੇ ਵੱਲ ਦੇਖਦੇ ਨੇ, ਗੋਲੀਆਂ ਆਪਣੀ ਬੀਬੀ ਦੇ ਵੱਲ ਵੇਖਦੇ, ਤਿਵੇਂ ਪਰਮੇਸ਼ਰ ਅਸੀਂ ਤੇਰੇ ਵੱਲ ਦੇਖਦੇ। ਅੱਜ ਤੁਸੀਂ ਆਪਣੀ ਪ੍ਰੋਬਲਮ 'ਚ ਕਿਹਦੇ ਵੱਲ ਦੇਖਦੇ ਜੇ? ਅੱਜ ਤੁਸੀਂ ਆਪਣੀ ਗਰੀਬੀ ਦੇ ਵਿੱਚ ਕਿਹਦੇ ਵੱਲ ਦੇਖਦੇ ਜੇ? ਮੇਰਾ ਪਰਮੇਸ਼ਰ ਜਿਹਦੀ ਮੈਂ ਸੇਵਾ ਕਰਦਾ, ਉਹ ਯਹੋਵਾ ਯਰੀ ਹੈ। ਉਹ ਸਭ ਕੁਝ ਮੁਹੱਈਆ ਕਰਨ ਵਾਲਾ ਪਰਮੇਸ਼ਰ ਹੈ। ਜਦੋਂ ਤੁਸੀਂ ਆਪਣੇ ਕਰਜ਼ੇ ਦੇ ਵਿੱਚ, ਆਪਣੀ ਬਿਮਾਰੀ ਦੇ ਵਿੱਚ, ਆਪਣੀਆਂ ਪਰੇਸ਼ਾਨੀਆਂ ਦੇ ਵਿੱਚ ਵੀ ਪਰਮੇਸ਼ਰ ਦੇ ਨਾਲ ਅੜੇ ਤੇ ਖੜੇ ਰਹਿੰਦੇ ਜੇ, ਪ੍ਰੇਅਰ ਦੇ ਵਿੱਚ ਬਣੇ ਰਹਿੰਦੇ ਜੇ, ਤਾਂ ਉਹਦੇ ਰਿਜ਼ਲਟ ਜਿਹੜੇ ਆ ਉਹ ਤੁਹਾਨੂੰ ਹਿਲਾਉਣ ਵਾਲੇ ਹੋਣਗੇ, ਤੁਹਾਨੂੰ ਹੈਰਾਨ ਕਰਨ ਵਾਲੇ ਹੋਣਗੇ। ਔਰ ਤੁਸੀਂ ਕਦੇ ਸੋਚੇ ਨਹੀਂ ਹੋਣਗੇ ਜਿਹੋ ਜਿਹੇ ਵਧੀਆ ਰਿਜ਼ਲਟ ਤੁਹਾਡੀ ਲਾਈਫ ਦੇ ਵਿੱਚ ਹੋਣਗੇ। ਪਰ ਜਦੋਂ ਤੁਸੀਂ ਆਪਣੀ ਪ੍ਰੋਬਲਮ ਨੂੰ ਵੇਖ ਕੇ ਪ੍ਰਾਰਥਨਾ ਕਰਨੀ ਛੱਡ ਦਿੰਦੇ ਜੇ, ਜਦੋਂ ਤੁਸੀਂ ਆਪਣੀ ਪ੍ਰੋਬਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਪਾਪ ਕਰਨਾ ਸ਼ੁਰੂ ਕਰ ਦਿੰਦੇ ਜੇ, ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਜੇ, ਬਦੀਆਂ ਦੇ ਵਿੱਚ ਚਲਾ ਜਾਂਦੇ ਜੇ, ਤਾਂ ਉਹਦੇ ਫਿਰ ਜਿਹੜੇ ਰਿਜ਼ਲਟ ਵਾ ਉਹ ਰਿਜ਼ਲਟ ਨਹੀਂ ਹੋਣਗੇ। ਇਨ ਫਿਊਚਰ ਤੁਸੀਂ ਇਨਸਲਟ ਨੂੰ ਦੇਖੋਗੇ ਆਪਣੀ ਲਾਈਫ ਦੇ ਵਿੱਚ। ਇਸ ਲਈ ਫੈਸਲਾ ਆਪ ਦਾ ਹੈ। ਆਪ ਨੇ ਰਿਜ਼ਲਟ ਦੇਖਣਾ ਆਪਣੀ ਲਾਈਫ ਦੇ ਵਿੱਚ ਕਿ ਜਾਂ ਇਨਸਲਟ ਦੇਖਣਾ ਹੈ। ਅਗਰ ਰਿਜ਼ਲਟ ਨਹੀਂ ਹੈ ਤਾਂ ਇਨਸਲਟ ਹੈ। ਜਿਹੜੇ ਬੱਚੇ ਸਾਰਾ ਸਾਲ ਸਕੂਲ ਦੇ ਵਿੱਚ ਠੀਕ ਤਰੀਕੇ ਨਾਲ ਪੜ੍ਹਦੇ ਨਹੀਂ, ਐਗਜ਼ਾਮ ਤੋਂ ਬਾਅਦ ਉਹਨਾਂ ਦੀ ਇਨਸਲਟ ਹੁੰਦੀ ਹੈ। ਪਰ ਜੋ ਅੱਛੇ ਤਰੀਕੇ ਨਾਲ ਪੜ੍ਹਦੇ ਆ, ਐਗਜ਼ਾਮ ਤੋਂ ਬਾਅਦ ਉਹਨਾਂ ਦਾ ਵਧੀਆ ਰਿਜ਼ਲਟ ਆਉਂਦਾ ਹੈ, ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਉਹਨਾਂ ਦੇ ਪੇਰੈਂਟਸ ਨੂੰ ਖੁਸ਼ੀ ਮਿਲਦੀ ਹੈ, ਉਹਨਾਂ ਦੇ ਦੋਸਤਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਖੁਸ਼ੀ ਮਿਲਦੀ। ਮੇਰੇ ਭੈਣੋ, ਮੇਰੇ ਭਰਾਓ, ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਵਧੀਆ ਰਿਜ਼ਲਟ ਨੂੰ ਦੇਖਣਾ ਚਾਹੁੰਦਾ ਹੈ। ਯੂਸਫ ਭਰਾਵਾਂ ਦੇ ਵੱਲੋਂ ਛੱਡ ਦਿੱਤਾ ਗਿਆ, ਉਹਨੂੰ ਡੰਗਰਾਂ ਦੀ ਤਰ੍ਹਾਂ ਵੇਚਿਆ ਗਿਆ, ਔਰ ਉਹਦੇ ਕੋਲ ਪਾਪ ਕਰਨ ਦੇ ਬਹੁਤ ਮੌਕੇ ਸੀ, ਪਰ ਉਹ ਆਪਣੇ ਪ੍ਰਭੂ ਦੇ ਨਾਲ ਚੱਲਦਾ ਰਿਹਾ। ਔਰ ਦੇਖੋ ਪ੍ਰਭੂ ਨੇ ਉਹਨੂੰ ਕਿੰਨਾ ਉੱਚਾ ਕੀਤਾ। ਮੇਰੇ ਭੈਣੋ ਦੇ ਭਰਾਓ, ਪਰਮੇਸ਼ਰ ਅੱਜ ਤੁਹਾਨੂੰ ਵੀ ਉੱਚਾ ਕਰਨਾ ਚਾਹੁੰਦਾ ਹੈ, ਔਰ ਤੁਹਾਡੇ ਨਾਮ ਨੂੰ ਵੀ ਉੱਚਾ ਕਰਨਾ ਚਾਹੁੰਦਾ ਹੈ। ਯਹੋਸ਼ੂਆ ਨੂੰ ਪਰਮੇਸ਼ਰ ਨੇ ਕਿਹਾ ਸੀ ਕਿ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਵੱਖਰੀ ਨਾ ਹੋਵੇ, ਇਸ ਤੋਂ ਸੱਜੇ ਖੱਬੇ ਨਾ ਮੁੜੀ, ਦਿਨ ਰਾਤ ਇਹਦੇ 'ਤੇ ਧਿਆਨ ਕਰੀ, ਤਾਂ ਫਿਰ ਤੂੰ ਜਿੱਥੇ ਵੀ ਜਾਏਗਾ ਤੇਰਾ ਬੋਲਬਾਲਾ ਹੋਏਗਾ। ਪ੍ਰਭੂ ਤੁਹਾਡੇ ਨਾਮ ਨੂੰ ਉੱਚਾ ਕਰੇਗਾ। ਲਗਾਤਾਰ ਪ੍ਰਾਰਥਨਾ ਦੇ ਵਿੱਚ ਬਣੇ ਰਹੋ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਪ੍ਰੇਅਰ ਦੇ ਵਿੱਚ ਬਣੇ ਰਹੋ, ਲਗਾਤਾਰ ਪ੍ਰਭੂ ਦੇ ਨਾਲ ਬਣੇ ਰਹੋ। ਅਗਰ ਤੁਸੀਂ ਫਾਸਟਿੰਗ ਦੇ ਵਿੱਚ ਜੇ, ਬਹੁਤ ਅੱਛੀ ਗੱਲ ਹੈ। ਜਿਹੜੇ ਇਹਨਾਂ ਦਿਨ ਰੋਜ਼ਾ ਨਹੀਂ ਰੱਖ ਰਹੇ, ਮੈਂ ਆਪ ਨੂੰ ਕਹਿਣਾ ਚਾਹੂੰਗਾ, ਆਪ ਰੋਜ਼ਾ ਰੱਖੋ। ਥੋੜ੍ਹਾ ਰੋਜ਼ਾ ਰੱਖਣਾ ਸ਼ੁਰੂ ਕਰੋ, ਫਿਰ ਹੌਲੀ ਵੱਧਦੇ ਜਾਓ। ਅਗਰ ਤੁਸੀਂ ਕੰਪਲੀਟਲੀ ਰੋਜ਼ਾ ਨਹੀਂ ਰੱਖ ਸਕਦੇ, ਤੁਸੀਂ ਚਾਹ ਪੀ ਕੇ ਰੋਜ਼ਾ ਰੱਖੋ, ਪਾਣੀ ਪੀ ਕੇ ਰੋਜ਼ਾ ਰੱਖੋ। ਅਗਰ ਤੁਸੀਂ ਪਹਿਲਾਂ ਤੋਂ ਰੋਜ਼ਾ ਰੱਖ ਰਹੇ ਜੇ, ਕੋਸ਼ਿਸ਼ ਕਰੋ ਤੁਸੀਂ ਚਾਹ ਨੂੰ ਵੀ ਛੱਡੋ, ਪਾਣੀ ਨੂੰ ਵੀ ਛੱਡ ਸਕਦੇ ਜੀ। ਨਿਨਵਾ ਸ਼ਹਿਰ ਦੇ ਲੋਕਾਂ ਦੇ ਉੱਤੇ ਜਦੋਂ ਵੱਡੀ ਬਰਿਆਈ ਆਈ ਸੀ, ਪਰਮੇਸ਼ਰ ਨੇ ਪ੍ਰੋਫੈਸੀ ਕਰ ਦਿੱਤੀ ਸੀ ਯੂਨਾਨ ਦੇ ਦੁਆਰਾ, ਹੋਰ 40 ਦਿਨਾਂ ਦੇ ਬਾਅਦ ਇਹ ਨਿਨਵਾ ਢਾਹ ਦਿੱਤਾ ਜਾਏਗਾ। ਉਹਨਾਂ ਲੋਕਾਂ ਨੇ ਖਾਣਾ ਵੀ ਛੱਡ ਦਿੱਤਾ, ਪੀਣਾ ਵੀ ਛੱਡ ਦਿੱਤਾ। ਪਹਿਲਾਂ ਇਹ ਦੇਖੋ ਤੁਹਾਡਾ ਕੇਸ ਕੈਸਾ ਆ। ਅਗਰ ਤੁਹਾਡਾ ਕੇਸ ਐਸਾ ਆ ਕਿ ਤੁਹਾਨੂੰ ਰੋਟੀ ਵੀ ਛੱਡਣੀ ਪੈਣੀ, ਪਾਣੀ ਵੀ ਛੱਡਣਾ ਪੈਣਾ, ਔਰ ਫਿਰ ਤੁਹਾਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਪ੍ਰਭੂ ਦੇ ਅੱਗੇ ਰੋਣਾ ਪੈਣਾ, ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਕੇ ਤੌਬਾ ਕਰਨੀ ਪੈਣੀ, ਔਰ ਫਿਰ ਤੁਹਾਡਾ ਮਸਲਾ ਹੱਲ ਹੋਏਗਾ। ਔਰ ਅਗਰ ਤੁਹਾਡਾ ਕੇਸ ਨੋਰਮਲ ਹੈ ਤਾਂ ਤੁਸੀਂ ਨੋਰਮਲ ਪ੍ਰੇਅਰ ਦੇ ਦੁਆਰਾ ਜਿੱਤ ਪਾਓਗੇ। ਪਰ ਅਗਰ ਤੁਹਾਡਾ ਕੇਸ ਹਾਈ ਲੈਵਲ ਦਾ ਹੈ, ਉਹਦੇ ਲਈ ਤੁਹਾਨੂੰ ਡੀਪਲੀ ਪ੍ਰਭੂ ਦੇ ਕੋਲ ਜਾਣਾ ਪੈਣਾ, ਪ੍ਰਭੂ ਦੇ ਅੱਗੇ ਜਾਣਾ ਪੈਣਾ। ਇਸ ਲਈ ਦੇਖੋ ਤੁਹਾਡੀ ਪ੍ਰੋਬਲਮ ਕੈਸੀ ਹੈ। ਤੁਸੀਂ ਇੱਕ ਵੱਡੀ ਕੋਠੀ ਪਾਉਣੀ ਚਾਹੁੰਦੇ ਜਿਹਦੇ 'ਚ 3-4 ਬੈੱਡਰੂਮ ਹੋਵੇ, ਡਰਾਇੰਗ ਰੂਮ ਹੋਵੇ, ਕਿਚਨ ਹੋਵੇ, ਸਟੋਰ ਰੂਮ ਹੋਵੇ, ਔਰ ਤੁਹਾਡੇ ਕੋਲ ਖਰਚਾ ਸਿਰਫ ਇੱਕ ਕੋਠੇ ਦਾ ਆ, ਤਾਂ ਤੁਸੀਂ ਉਹ ਕਿੱਦਾਂ ਕਰ ਸਕੋਗੇ? ਯਿਸੂ ਮਸੀਹ ਨੇ ਦੀ ਐਗਜ਼ਾਮਪਲ ਦਿੱਤੀ ਹੈ ਕਿ ਉਹ ਕਿਹੜਾ ਵਾ ਜਿਹਦੇ ਕੋਲ ਜਿਹੜਾ ਕੋਠਾ ਪਾਉਣਾ ਚਾਹਵੇ, ਮਕਾਨ ਛੱਤਣਾ ਚਾਹੁੰਦਾ, ਪਰ ਪਹਿਲਾਂ ਬਹਿ ਕੇ ਹਿਸਾਬ ਨਹੀਂ ਲਾਉਂਦਾ ਕਿ ਉਹਦੇ ਕੋਲ ਉਹਨਾਂ ਖਰਚਾ ਹੈ ਕਿ ਨਹੀਂ। ਇਹ ਨਾ ਹੋਵੇ ਕਿ ਮਕਾਨ ਛੱਤ ਲੈ, ਬਾਅਦ 'ਚ ਉਹਦੇ ਕੋਲ ਛੱਤ ਜੋਗੇ ਪੈਸੇ ਨਾ ਹੋਣ।
इसलिए ये देखो, अगर तुहाडी प्रॉब्लम एडी वड्डी आ कि तुहानूं घंटिਆਂ बदी खुदा दे कोल जाना पैना ते और तुसीं 10 मिनटां दे विच ओह काम सारना चाहुंदे, ये किद्दां पॉसीबल है कि तुहाडीਆਂ प्रॉब्लम सॉल्व हो जाणगीਆਂ। तुहाडा पास्टर तुहानूं कह रहा कि तुसीं हफ्ते 'च 2 रोजे रखो और तुसीं 12 वजे तक रोजा रख रहे जी, प्रभु नूं मखौल कर रहे जी। ਉਹ ਤੁਹਾਡਾ ਪਾਸਟਰ ਨਹੀਂ ਤੁਹਾਨੂੰ ਕਹਿ ਰਿਹਾ, ਤੁਹਾਡੇ ਪਾਸਟਰ ਦੇ ਵਿੱਚੋਂ ਦੀ ਪ੍ਰਭੂ ਦੇ ਆਤਮਾ ਨੇ ਤੁਹਾਡੇ ਨਾਲ ਗੱਲ ਕੀਤੀ। ਇਸ ਲਈ ਮੇਰੇ ਭੈਣੋ ਤੇ ਭਰਾਓ, ਆਪਣੇ ਜੀਵਨ ਨੂੰ ਇਹੋ ਐਵੇਂ ਬੇਕਾਰ ਜਿਹਾ ਨਾ ਸਮਝੋ। ਪ੍ਰਭੂ ਨੇ ਤੁਹਾਨੂੰ ਐਵੇਂ ਵਿਅਰਥ ਦੇ ਵਿੱਚ ਨਹੀਂ ਚੁਣਿਆ। ਪ੍ਰਭੂ ਤੁਹਾਡੀ ਜ਼ਿੰਦਗੀ ਦੇ ਦੁਆਰਾ ਵੱਡੇ ਵੱਡੇ ਕੰਮ ਕਰਨਾ ਚਾਹੁੰਦਾ, ਔਰ ਉਹਨਾਂ ਕੰਮਾਂ ਦੇ ਦੁਆਰਾ ਤੁਹਾਡੇ ਗੁਆਂਢੀਆਂ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ ਸ਼ੌਕ ਕਰਨਾ ਚਾਹੁੰਦਾ ਪਰਮੇਸ਼ਰ। ਇਸ ਲਈ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਰਜ ਕਰਨ ਦਿਓ, ਉਹਨੂੰ ਮੌਕਾ ਦਿਓ ਕਿ ਉਹ ਆਵੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੇ। ਆਓ ਸਾਰੇ ਆਪਣੀ ਅੱਖਾਂ ਨੂੰ ਬੰਦ ਕਰੀਏ, अपने सिरां नूं खुदा दी हज़ूरी दे विच झुका लईए। हालेलुया। प्रार्थना दे विच चलांगे। मेरे स्वर्गी पिता परमेश्वर, इस समय जिन्हें लोगों ने इस मीटिंग नूं लाइव अटेंड किया, मैं उन्हां दे लई प्रार्थना करदा, तेरा पाक उन्हां दी जिंदगियां दे विच काम करे प्यारे खुदावंद। जिन्हें लोग दुआ करन तो हट गए ने प्रभु जी, वो प्रार्थना करना शुरू कर देन प्रभु जी। तेरे पाक रूह दा मसा उन्हां दे जीवनां दे उत्ते आवे। मैं प्रार्थना करता उन्होंने लोगों के वास्ते प्रभु जी, जो बाद दे विच इस वीडियो में देखणगे प्रभु जी, तेरे इस पाक वचन नूं सुणनगे, उन्होंने ज़िंदगी के अंदर भी तेरा पाक रूह बहुतात दे नाल कार्य करे प्रभु जी। हर अंधकार की योजना तेरे लोगों के जीवन चो यीशु के नाम से चली जाए प्रभु जी। प्रभु जी मैं दुआ करदा बीमारां दे लई, यीशु तेरे नाम से बीमार चंगे हो जाण प्यारे खुदावंदा। जो लोग इन दिन अपने परिवारों तो अलग ने लॉकडाउन की वजह ना प्रभु जी, उन्होंने लई साधन मुहैया करके अपन फैमिलियां दे विच आ सकन प्रभु जी। जो कोरोना पॉजिटिव ने प्रभु यीशु तेरे नाम चो नैगेटिव हो जान प्रभु जी। हालेलुया। प्रभु साडे देश ते दया कर। हालेलुया। अमेरिका ते दया कर, इजराइल ते, हालेलुया, सारियां यूरोप कंट्रियां ते, सारियां गल्फ कंट्रियां ते, हर उस देश ते दया कर प्रभु जी जिस देश दे विच कोरोना वायरस जा चुका प्रभु जी। तू आज़ाद कर दे अपने लोगों को प्रभु जी। तेरा धन्नवाद हो, तेरा शुक्र हो। मैं विश्वास करना तुसीं मेरी प्रार्थना नूं सुनिया, यीशु दे नाम च आमीन। याद रखो, मैं आप दे लई ये भविष्यवाणी करदा, अगर तुसी खुदा दे हुक्मां दे विच बने जे तो बाइबल दे विच लिखिया धर्मी उत्ते बहुत सारियां मुसीबतां पैंदियां ने, पर यहोवा उन्हां उन्हां सारियां दे विचों कढ लैंदा है। अगर तुसी धर्मी जे, तुहाडे ते मुसीबत आ सकदी है, पर परमेश्वर तुहानूं उहदे विचों कढेगा। पर जे तुहाडा जीवन पाप दे नाल भरिया होया, जेकर तुहाडा जीवन बदियां दे नाल, इस संसार दीयां गंदियां वासनावां दे नाल भरिया होया, तो फिर ये मत आस रखो कि परमेश्वर आएगा और तुहाडी हेल्प करेगा। परमेश्वर उस पाप च भरे हुए इंसान की हेल्प करता जिहड़ा जानता नहीं कि प्रभु कौन है। अगर तुसी जानते जे प्रभु कौन है, अगर तुसी जानते जे खुदा दे पाक वचन, उस तो बाद भी तुसी पाप भरिया जीवन बतीत कर रहे जे, तुसी बड़ी खतरनाक हालात दे विच जे। करो, मुड़ो, अपने प्रभु यीशु मसीह दे वल ध्यान करो, वो तुहानूं आज़ाद कर देगा सारे बंधनां तो। सारिआं नूं जय मसीह दी। परमेश्वर तुहानूं सारिआं नूं बरकत दे। आमीन।